तुम्हारे गुण क्या कहा, मेरे सतगुरा जब गुर बोलै तब बिस्म होए जाए। हम जैसे अपराधी अवर कोई राखै, जैसे हम सतगुर राख लिए छुड़ा। तुम गुर पिता तू है गुर माता, तू गुर बंधप मेरा सखा सुखा। तेरे कवन कवन गुण कह कह गावा, तू साहिब गुणी निधाना। तुम्हारी महिमा बरन न सकाऊं, तू ठाकुर ऊच भगवाना। परम सन्मानयोग दीनानाथ पतित पावन भगत वत्सल करुणा निधान रब्बी ज्ञान दे मुजस्मे धन श्री गुरु ग्रंथ साहिब सच्चे पातशाह महाराज जी दी पावन मुकद्दस हजूरी अंदर सुभाएमान सतसंगी जनो, अज आप जी पंचम पातशाह धन श्री गुरु अर्जन साहिब सच्चे पातशाह महाराज जी के प्रकाश पुरब नूं समर्पित धन गुरु ग्रंथ साहिब महाराज जी की पावन हजूरी दे अंदर हाजरी भर रहे हो। धन गुरु अर्जन साहिब सच्चे पातशाह महाराज जी का प्रकाश कदों होया? धन गुरु ग्रंथ साहिब महाराज जी की अमृत बाणी विच भट्ट साहिबान ने गुरु अर्जन साहिब महाराज जी की की सिफतो सलाह की है। गुरु अर्जन साहिब सच्चे पातशाह महाराज जी ने केड़े केड़े कार्य कीते, बहुत संखेप दे विच आपां तकरीबन अद्धे घंटे दे विच विचार करन दा यतन करांगे। आओ सारे एकाग्रता बख्शिश करते हुए धन गुरु अर्जन साहिब सच्चे पातशाह महाराज जी दे जीवन दे विच अपने ध्यान नूं लैके जाण दा यतन करिए। असीस बख्शिश करते हुए गुरफतेह प्रवान करो जी। वाहिगुरू जी का खालसा वाहिगुरू जी की फतेह। लाहौर की धरती है जिसनूं चूनी मंडी कहा जाता है। चूनी मंडी दे विच भाई गुरदयाल दास जी रहिंदे। भाई गुरदयाल दास जी के घर दे विच
ਭਾਈ ਠਾਕੁਰ ਦਾਸ ਜੀ ਦਾ ਜਨਮ ਹੁੰਦਾ ਹੈ। ਭਾਈ ਠਾਕੁਰ ਦਾਸ ਦਾ ਵਿਆਹ ਹੋਇਆ, ਜਵਾਨ ਹੋਏ, ਤੇ ਉਹਨਾਂ ਦੇ ਘਰ ਦੇ ਵਿੱਚ ਬਾਬਾ ਹਰਦਾਸ ਜੀ ਦਾ ਜਨਮ ਹੋਇਆ। ਬਾਬਾ ਹਰਦਾਸ ਜੀ ਬਚਪਨ ਤੋਂ ਬਾਅਦ ਜਵਾਨੀ ਦੇ ਵਿੱਚ ਆਏ, ਉਹਨਾਂ ਦੀ ਸ਼ਾਦੀ ਹੋਈ ਤੇ ਉਹਨਾਂ ਦੀ ਪਤਨੀ ਦਾ ਨਾਮ ਹੈ ਮਾਤਾ ਦਇਆ ਕੌਰ ਜੀ। ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ 1534 ਈਸਵੀ ਦੇ ਵਿੱਚ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ 7 ਸਾਲ ਦੇ ਸਨ ਤੇ ਉਹਨਾਂ ਦੀ ਮਾਤਾ ਅਤੇ ਪਿਤਾ ਜੀ ਦੋਨੋਂ ਚੜ੍ਹਾਈ ਕਰ ਗਏ। ਮਾਤਾ ਦਇਆ ਕੌਰ ਜੀ ਜਨਮ ਤੋਂ ਬਾਅਦ ਚੜ੍ਹਾਈ ਕਰ ਗਏ ਤੇ ਬਾਬਾ ਹਰਦਾਸ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ 7 ਸਾਲ ਦੇ ਹੁੰਦੇ ਨੇ ਉਸ ਸਮੇਂ ਚੜ੍ਹਾਈ ਕਰ ਗਏ। ਬਾਸਰਕੇ ਤੋਂ ਨਾਨੀ ਆਈ ਹੈ ਤੇ ਲਾਹੌਰ ਜਾ ਕੇ ਆਪਣੇ ਦੋਹਤੇ ਭਾਈ ਜੇਠੇ ਨੂੰ ਉਹਨਾਂ ਨੇ ਧੀਰਜ ਦਿੱਤੀ। ਬਾਸਰਕੇ ਕੋਈ ਸਮਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਜ਼ਾਰਿਆ ਤੇ ਜਦੋਂ ਬੌਲੀ ਦੀ ਕਾਰ ਆਰੰਭ ਹੋਈ, ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਾਕਰੀ ਕਰਦਿਆਂ ਉੱਥੇ ਸਮਾਂ ਗੁਜ਼ਾਰਦੇ। ਇੱਕ ਦਿਨ ਬੌਲੀ ਦੀ ਕਾਰ ਕਰ ਰਹੇ ਨੇ ਤੇ ਮਾਤਾ ਮਨਸਾ ਦੇਵੀ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਉੱਪਰ ਚੁਬਾਰੇ ਦੇ ਉੱਪਰ ਖਲੋਤੇ ਹੋਏ ਨੇ ਤੇ ਕੁਝ ਬੀਬੀਆਂ ਦੇ ਨਾਲ ਸਲਾਹਾਂ ਕਰ ਰਹੇ ਨੇ ਕਿ ਸਾਡੀ ਜਿਹੜੀ ਬੇਟੀ ਭਾਨੀ ਹੈ ਉਹ ਜਵਾਨ ਹੋ ਗਈ ਹੈ, ਕਿਉਂ ਨਾ ਆਪਾਂ ਕੋਈ ਯੋਗ ਵਰ ਵੇਖ ਕੇ ਇਹਨਾਂ ਦਾ ਆਨੰਦ ਕਾਰਜ ਕਰ ਦਈਏ, ਇਹਨਾਂ ਦਾ ਵਿਆਹ ਕਰ ਦਈਏ। ਪਰ ਸਵਾਲ ਪੈਦਾ ਹੋਇਆ ਕਿ ਵਰ ਕਿਸ ਤਰ੍ਹਾਂ ਦਾ ਹੋਵੇ। ਵਰ ਵੀ ਕੋਈ ਬਹੁਤ ਜ਼ਿਆਦਾ ਉੱਚਾ ਹੋਣਾ ਚਾਹੀਦਾ ਹੈ, ਕੋਈ ਗੁਣਵਾਨ ਹੋਣਾ ਚਾਹੀਦਾ ਹੈ। ਆਖਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਣਵਾਨ ਬੇਟੀ ਬੀਬੀ ਭਾਨੀ ਦਾ ਆਨੰਦ ਕਾਰਜ ਹੋਣਾ ਹੈ ਤੇ ਮਾਤਾ ਮਨਸਾ ਦੇਵੀ ਜੀ ਥੱਲੇ ਧਿਆਨ ਮਾਰਦੇ ਨੇ, ਚੁਬਾਰੇ ਤੇ ਖਲੋਤੇ ਹੋਏ ਨੇ ਤੇ ਇਸ਼ਾਰਾ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ ਨੇ ਵਰ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਭਾਈ ਜੇਠਾ ਜੀ ਦੇ ਵੱਲ ਇਸ਼ਾਰਾ ਕੀਤਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਵਰ ਉਸ ਤਰ੍ਹਾਂ ਦਾ ਕਿਉਂ, ਉਹੀ ਕਿਉਂ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮੈਂ ਭਾਈ ਜੇਠੀ ਨੂੰ ਬਹੁਤ ਨੇੜੇ ਹੋ ਕੇ ਤੱਕਿਆ, ਬਹੁਤ ਨੇੜੇ ਹੋ ਕੇ ਵੇਖਿਆ ਹੈ, ਬਾਸਰ ਕੇ ਵੀ ਇਹ ਰਿਹਾ ਹੈ, ਕੋਈ ਸਮਾਂ ਇੱਥੇ ਵੀ ਇਹ ਟਿਕਿਆ ਹੋਇਆ ਹੈ। ਦਿਨੇ ਰਾਤ ਸੇਵਾ ਕਰਨੀ, ਸਿਮਰਨ ਕਰਨਾ, ਮਨ ਵਿੱਚ ਬੜੀ ਨਿਮਰਤਾ ਧਾਰਨੀ, ਜ਼ੁਬਾਨ ਤੇ ਮਿਠਾਸ ਰੱਖਣੀ, ਇਸ ਦੇ ਜੀਵਨ ਦੇ ਗੁਣ ਨੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੋਈ ਘਰਾਣਾ ਨਹੀਂ ਵੇਖਿਆ। ਇਹ ਕਿਹੜੇ ਘਰਾਣੇ ਦੇ ਨੇ? ਉਹਨਾਂ ਨੇ ਕੋਈ ਪੈਸਾ ਨਹੀਂ ਵੇਖਿਆ, ਧਨ ਨਹੀਂ ਵੇਖਿਆ ਕਿ ਕਿੰਨਾ ਕੁ ਧਨ ਹੈ ਜੋ ਮੇਰੀ ਭਾਨੀ ਨੂੰ ਚੰਗਾ ਸੁੱਖ ਦੇ ਸਕੇਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਵੀ ਨੇ ਵੇਖਿਆ ਕਿ ਕੋਈ ਨੌਕਰੀ ਪੇਸ਼ਾ ਨਹੀਂ ਹੈ, ਕੇਵਲ ਗੁਣਾਂ ਨੂੰ ਵੇਖਿਆ ਤੇ ਗੁਣਾਂ ਨੂੰ ਵੇਖ ਕੇ ਉਹਨਾਂ ਦਾ ਆਨੰਦ ਕਾਰਜ ਆਪਣੀ ਬੇਟੀ ਬੀਬੀ ਭਾਨੀ ਦੇ ਨਾਲ ਕਰ ਦਿੱਤਾ ਹੈ। ਆਨੰਦ ਕਾਰਜ ਤੋਂ ਬਾਅਦ ਸਭ ਤੋਂ ਪਹਿਲੇ ਬੱਚੇ ਦਾ ਜਨਮ ਹੋਇਆ ਤੇ ਨਾਮ ਰੱਖਿਆ ਗਿਆ ਬਾਬਾ ਪ੍ਰਿਥੀ ਚੰਦ ਜੀ। ਫਿਰ ਉਸ ਤੋਂ ਬਾਅਦ ਦੂਸਰੇ ਬੱਚੇ ਦਾ ਜਨਮ ਹੁੰਦਾ ਹੈ, ਨਾਮ ਰੱਖਿਆ ਜਾਂਦਾ ਬਾਬਾ ਮਹਾਦੇਵ ਜੀ। ਫਿਰ 1563 ਈਸਵੀ ਦੇ ਵਿੱਚ ਅੱਜ 15 ਅਪ੍ਰੈਲ ਦਾ ਦਿਨ ਆ ਗਿਆ। ਭਾਈ ਕਾਨ ਸਿੰਘ ਨਾਭਾ ਜੀ ਨੇ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ, ਆਦਿਕ ਵਿਦਵਾਨਾਂ ਨੇ 15 ਅਪ੍ਰੈਲ 1563 ਈਸਵੀ ਦਾ ਜ਼ਿਕਰ ਕੀਤਾ ਹੈ। ਕਹਿਣ ਲੱਗੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਖੁਦ ਹਜ਼ੂਰ ਨੇ ਆਪਣੀ ਰਸਨਾ ਤੋਂ ਨਾਮ ਰੱਖਿਆ ਹੋਇਆ ਅਰਜੁਨ। ਜੱਜੀ ਨੂੰ ਔਂਕੜ ਲੱਗਦਾ ਹੈ, ਜੱਜੇ ਨੂੰ ਔਂਕੜ ਤੋਂ ਬਿਨਾਂ ਨਹੀਂ। ਗੁਰਬਾਣੀ ਦੇ ਵਿੱਚ ਜਦੋਂ ਔਂਕੜ ਤੋਂ ਬਗੈਰ ਸ਼ਬਦ ਅਰਜਨ ਹੁੰਦਾ ਹੈ ਤੇ ਉਸ ਦਾ ਅਰਥ ਹੁੰਦਾ ਹੈ ਪਾਂਡਵਾਂ ਦੇ ਵਿੱਚੋਂ ਇੱਕ ਭਰਾ ਜੋ ਕਿ ਧਨੁਖਧਾਰੀ ਸੀ। ਪਰ ਜਦੋਂ ਜੱਜੇ ਦੇ ਨਾਲ ਸ਼ਬਦ ਆਉਂਦਾ ਹੈ, ਜਦੋਂ ਆਪਾਂ ਸਵਈਆਂ ਦੀ ਬਾਣੀ ਪੜ੍ਹਦੇ ਹਾਂ ਭੱਟ ਸਾਹਿਬਾਨ ਦੀ,
उत्थे जजे के नाल शब्द पंचम गुरुदेव आउंदा है। क्योंकि जदों अर्जन शब्द पढ़ांगे, अर्जन का अर्थ हुंदा है वैरियां दा दास, पर गुरु अर्जन साहब महाराज जी दुश्मनां दे दास नहीं। अर्जुन धन गुरु अर्जन साहब सच्चे पातशाह महाराज दा पातशाह ने। थोड़ा जिहा बचपन दीयां घटनावां कह के अज आपां अगे चलना है। धन गुरु अर्जन साहब सच्चे पातशाह महाराज जी एक ऐसे पातशाह ने जिन्हां नूं धन गुरु अमरदास महाराज जी की छत्र छाया हेठ जीवन गुजारन का भी समा मिलिया। अपने पिता धन गुरु रामदास महाराज जी की छत्र छाया हेठ भी समा गुजारन का वक्त मिलिया। ते धन गुरु अर्जन साहब सच्चे पातशाह महाराज जी अज बचपन दे विच गोइंदवाल साहब उत्थे खेड रहे हैं। क्योंकि गोइंदवाल साहब की धरती के उत्ते ही उन्हां दा प्रकाश हुंदा है। माता भानी जी की कुख तो धन गुरु रामदास जी के गृह विखे बचपन दे विच खेड रहे ने। ते पुराने समय दे विच बच्चियां नूं मातावां कपड़े दीयां गेंदां बना के दिया करदियां सन। ते गुरु अर्जन साहब महाराज नूं कपड़े की गेंद बना के दित्ती है। ते जदों हजूर खेड रहे ने, वो जिहड़ी गेंद है गुरु अमरदास महाराज जी के कमरे दे विच चली गई। महाराज जी पलंग के ऊपर विश्राम कर रहे हैं, आराम कर रहे हैं। हजूर रिड़ते रिड़ते चलते चलते उस कमरे दे विच गए ते जाके उस पलंग नूं हिलाउणा आरंभ कर दिता जिस पलंग साहब के ऊपर धन गुरु अमरदास महाराज विश्राम कर रहे सन। जदों वो पलंग हिलिया, गुरु अमरदास महाराज की जाग खुली है, जाग पे ने ते उठ के कहते ने ये केड़ा है। ते अगों बीबी भानी जी आवाज देंदे ने दोहता जी दोहता। ते धन गुरु अमरदास महाराज जी कहते ने दोहता बाणी का बोए था। उस समय महाराज के मुखार बिंद दे विचों वचन निकलिया ते अज जदों धन गुरु ग्रंथ साहिब महाराज जी की अमृत बाणी आपां पढ़दे आ, सब तो वध जिहड़ी बाणी है धन गुरु अर्जन साहिब महाराज ने उचारण कीती है। 2312 शब्द धन गुरु अर्जन साहब महाराज ने उचारण किए। गुरु अर्जन साहब सच्चे पातशाह महाराज जी की एक छोटी जी होर घटना आती है। कहा जाता है धन गुरु अमरदास सच्चे पातशाह महाराज जी की उम्र बहुत वडेरी हो चुकी है ते वो लंगर दे विचों ज्यादा कोई इस तरह का प्रशादा नहीं छकदे जो बहुत तलिया होवे जां बहुत ज्यादा स्वादिष्ट होवे। गुरु अमरदास महाराज का जिहड़ा प्रशादा है लंगर है बहुत सादा जिहा हुंदा है। विद्वानां ने उसका नाम ओगरा लिखिया है। ओगरा का अर्थ हुंदा है 7 अनाजां नूं इकट्ठा करके तैयार किया होया लंगर। उस विच कोई लूण नमक भी नहीं हुंदा, उस विच कोई मिर्च आदि भी नहीं हुंदी ते गुरु अमरदास महाराज जी ओगरा छकदे। एक दिन थाल दे विच ओगरा पा के छक रहे ते गुरु अर्जन साहब सच्चे पातशाह महाराज भावें उस समय गुरु नहीं बने, फिर भी मैं सत्कार वजों सन्मानयोग धन गुरु अर्जन साहब महाराज जी शब्द वरत रहा हाँ। वो चलते चलते उस थाल के कोल पहुंच चुके। इस थाल दे विच ओगरा पिया होया। थाल दे विच उन्हां ने ओगरा हाथ नाल हिलाउणा आरंभ कर दिता, खिलार दिता ते गुरु अमरदास महाराज जी वेख रहे। उस तो बाद फिर किसी होर पासे चले गए, दोबारा आके उसे ओगरे नूं खिलारन लग पे, पसारन लग पे। ते धन गुरु अमरदास सच्चे पातशाह महाराज जी कहंदे ने कि जिहड़ा ये ओगरा है, जिस तरह ये ओगरा खिल रहा है, तुसीं इस संसार दे विच गुणां नूं खिलारना है। ते धन गुरु अमरदास महाराज जी ने जो अपनी मुबारक रसना तो बोल के वो भी सच होए। गुरु अर्जन साहब सच्चे पातशाह महाराज ने संसार दे विच इन्ना कुछ वाहिगुरू दे नाम का प्रचार किया, गुणां का प्रचार किया। जदों आपां भट्ट साहिबान की रचना पढ़ते हाँ ते भट्ट साहिबान ने धन गुरु अर्जन साहब महाराज जी की उस्तत दे विच 19 सवैये उचारण किए ते आरंभता दे विच
पंचम गुरदेव के प्रकाश का जिक्र आता है, आगमन का जिक्र आता है। भट्ट साहब जी कहते ने सब तो पहला मैं इस अकाल पुरख को याद करना है। सिमरन सोई पुरख अचल अविनाशी, जिस सिमरत दुरमत मल नासी, जिस दे सिमरन दे नाल माड़ी मत दूर हो जाती है। सतगुर चरण कबल रिद धारन, गुरु अर्जुन गुण सहज विचारन। फिर कह लगे मैं धन गुरु अर्जन साहब महाराज के सोहने कबल वर्गे चरणों को अपने हिरदे दे विच टिकाउंदा हां। गुरु रामदास घर कीओ प्रगासा, सगल मनोरथ पूरी आसा। उन्होंने धन गुरु रामदास महाराज के घर दे विच प्रकाश धारण किया है। ते जिन्हां जिन्हां ने अपने कन्नां दे नाल सुनिया है सगल मनोरथ पूरी आसा, उन्हां दे सारे मकसद, उन्हां दे सारे मनोरथ, उन्हां दीयां आसावां पूरीआं हो गईयां। तैं जन्मत गुरमत ब्रह्म पछाणियो, कल जोड़ कर सुजस बखाणियो। भट्ट साहब जी कहते ने गुरु अर्जन साहब महाराज एक ऐसे पातशाह ने जिन्हां नूं जन्म तो ही गुरमत की गुड़ती मिली है। जन्म तो ही उन्होंने गुरु की मत दे राही, बाणी दे राही ब्रह्म नूं वाहिगुरू नूं पछाण लिया है। तैं जन्मत गुरमत ब्रह्म पछाणियो, कल जोड़ कर सुजस वखाणियो। ते भट्ट कल साहब जी कहते मैं हाथ जोड़ के उन्होंने गुणां नूं गायन करता। कल जोड़ कर सुजस वखाणियो, भगत जोग को जैतवार हर जन उपायो। गुरु अर्जन साहब महाराज जी ने भगती दे जोग नूं जित लिया है। भगत जोग को जैतवार हर जन उपायो। ते हरि ने उन्हां नूं ज्ञान का दीवा पैदा किया है। जिहड़ा दीवा है वो रोशनी दिंदा है, ते रोशनी गुरबाणी दे विच ज्ञान की प्रतीक है। गुरु अर्जन साहब महाराज जी ज्ञान के प्रतीक ने। हर जन उपायो, भगत जोग को जैतवार हर जन उपायो। तो फिर भट्ट साहब जी कहते ने गुर नानक अंगद अमर लाग उत्तम पद पायो। उन्होंने गुरु नानक साहब, धन गुरु अंगद साहब जी ते धन गुरु अमरदास, धन गुरु रामदास महाराज जी की चरणी लग के उत्तम पदवी प्राप्त कर ली है। धन गुरु रामदास सच्चे पातशाह महाराज जी के घर दे विच उन्हां दा आगमन होया है। ते भट्ट साहब जी अमृत बाणी दे विच कहंदे ने गुरु अर्जन साहब महाराज जी एक जहाज की न्याई ने। जहाज ही क्यों किया? जहाज पार करता है, बेड़ा पार करता है। ते गुरु अर्जन साहब महाराज जी धर्म की दुनिया दे विच एक ऐसे जहाज ने, ऐसे बोझ ने जो गुणां दे नाल भरे हुए ने। ते जिहड़ा भी उन्हां दे कोल जांदा है सतगुरु जी उस सिख नूं गुणां दे नाल निवाज दिंदे ने। ते गुण दे के उसदे जीवन नूं सोहना बना दिंदे ने। जीवन उसका चंगा हो जाता है, सफल हो जाता है। ते जिसका जीवन सुचज्जा हो जावे, सुंदर हो जावे, जिसके जीवन की घाट घड़ी जावे, वो संसार तो पार हो जाता है। भट्ट साहब जी अमृत बाणी दे विच कहते ने उन्हां दे जीवन की विशेषता है सत रूप, सत नाम, सत संतोख धरियो और आद पुरख प्रतख लिखियो अक्षर मस्तक धुर। ये उन्हां दे मत्थे दे उपर जो बख्शिश का लेख है, जीवन दे विच गुणां दे आउण दा लेख है, वाहिगुरू ने धुर तो ही लिखिया होया है। सत रूप, सत नाम, सत संतोख धरियो और आद पुरख प्रतख लिखियो अक्षर मस्तक धुर। प्रगट जोत जगमग है, तेज भू मंडल छायो। उन्हां दी जिहड़ी जोत है वो भी जगमग जगमग कर रही है। इस पूरी धरती दे उत्ते उन्हां दा प्रकाश, उन्हां दा जस फैलिया होया है। प्रगट जोत जगमग है, तेज भू मंडल छायो। पारस परस 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 गुर गुरु कहायो। परसन जोग पारस गुरु नूं परस के छू के। गुरु अर्जन साहब महाराज जी भी पारस बन गए ने। पारस परस 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 गुर गुरु कहायो, गुरु तो फिर गुरु अगवाए। धन मथुरा मूर्त सदा थिर लाए चित सन्मुख रहो। कल युग जहाज अर्जुन गुरु सगल सरिष्ठ लग बित हो। धन गुरु अर्जन साहब महाराज सच्चे बादशाह जी इस कल युग के संसार के अंदर जहाज की न्याई ने। एक सवैया होर भट्ट साहब जी ने उच्चारण किया, कहन लगे जहाज तो मैं कह दिता, बोझ तो मैं कह दिता है,
ਬਿਆਨ ਕਰ ਦਿੱਤਾ ਹੈ। ਪਰ ਤੁਸੀਂ ਇਹ ਨਾ ਸੋਚਿਓ ਕਿ ਮੈਂ ਉਹਨਾਂ ਦੀ ਉਸਤਤ ਜਿਹੜੀ ਹੈ, ਸਿਫਤ ਜਿਹੜੀ ਹੈ, ਕੋਈ ਬੰਦਾ ਜਾਣ ਕੇ, ਕੋਈ ਇਨਸਾਨ ਜਾਣ ਕੇ ਕੀਤੀ ਹੈ। ਮੈਂ ਉਹਨਾਂ ਨੂੰ ਮਨੁੱਖ ਨਹੀਂ ਜਾਣਿਆ। ਮੈਂ ਜੀ ਤੁਹਾਨੂੰ ਵੀ ਅਰਜ਼ ਕਰਦਾ, ਬੇਨਤੀ ਕਰਦਾ, ਮਾਂ ਨੂੰ ਪੁਕਾ ਕਰ ਰੂਪ ਨਾ ਜਾਣ, ਹਜ਼ੂਰ ਨੂੰ ਮਨੁੱਖ ਰੂਪ ਨਾ ਸਮਝ ਲੈਣਾ। ਫਿਰ ਉਹ ਕੌਣ ਨੇ ਜਿਨ੍ਹਾਂ ਦੀ ਉਸਤਤ ਭੱਟ ਸਾਹਿਬ ਵੀ ਕਰਦੇ ਨੇ? ਭੱਟ ਸਾਹਿਬ ਅੰਮ੍ਰਿਤ ਬਾਣੀ ਦੇ ਵਿੱਚ ਖੁਦ ਕਹਿ ਰਹੇ ਨੇ, ਕਹਿੰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਹਰੀ ਦਾ, ਪਰਮਾਤਮਾ ਦਾ ਖੁਦ ਜ਼ਾਹਰਾ ਰੂਪ ਨੇ। ਅੰਮ੍ਰਿਤ ਬਾਣੀ ਦੇ ਵਿੱਚ ਆਪਾਂ ਭੱਟ ਸਾਹਿਬ ਦਾ ਸਵਈਆ ਪੜ੍ਹਦੇ ਹਾਂ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂੜਤ ਤੇ, ਕਬੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ, ਇੱਥੇ ਵਿਸ਼ਰਾਮ, ਜਪਿਓ ਜਿਨ ਅਰਜੁਨ ਦੇਵ ਗੁਰੂ। ਦੇਵ ਦਾ ਅਰਥ ਇੱਥੇ ਦੇਵਤਾ ਨਹੀਂ, ਦੇਵ ਦਾ ਅਰਥ ਹੈ ਦਿਵਯ, ਅਲੌਕਿਕ, ਪ੍ਰਕਾਸ਼ ਰੂਪ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਪਿਆ ਹੈ, ਉਹ ਗਰਭ ਕਾਲ ਦੇ ਵਿੱਚ ਨਹੀਂ ਆਏ, ਆਵਾਗਮਨ ਦੇ ਚੱਕਰ ਦੇ ਵਿੱਚ ਨਹੀਂ ਪਏ। ਉਹਨਾਂ ਦੀ ਭਟਕਣਾ, ਉਹਨਾਂ ਦਾ ਜਨਮ ਮਰਨ ਖਤਮ ਹੋ ਗਿਆ, ਸਮਾਪਤ ਹੋ ਗਿਆ। ਅੱਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਤੇ ਕਿਹੜੇ ਕਿਹੜੇ ਕਾਰਜ ਨੇ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੇ ਨੇ। ਆਮ ਤੌਰ ਤੇ ਆਪਾਂ ਕਿਸੇ ਵਿਦਵਾਨ ਨੂੰ, ਲਿਖਾਰੀ ਨੂੰ ਪੜ੍ਹਦੇ ਜੋ ਅਨਮਤ ਦਾ ਹੋਵੇ, ਜੋ ਸਿੱਖ ਧਰਮ ਦੇ ਨਾਲ ਸੰਬੰਧਿਤ ਨਾ ਹੋਵੇ, ਤੇ ਉਹ ਆਪਣੀ ਦ੍ਰਿਸ਼ਟੀ ਦੇ ਨਾਲ ਵੇਖੇਗਾ ਕਿ ਲੋਕ ਭਲਾਈ ਦੇ ਕਾਰਜ ਕਿਹੜੇ ਉਹਨਾਂ ਨੇ ਕੀਤੇ। ਜੇ ਧਰਮ ਦੀ ਗੱਲ ਕਰੀਏ ਤਾਂ ਉਹ ਕਹਿਣਗੇ ਕਿ ਇਹ ਤਾਂ ਕੇਵਲ ਧਰਮ ਦੀ ਗੱਲ ਹੈ, ਸੰਸਾਰ ਦੀ ਭਲਾਈ ਦੇ ਕਿਹੜੇ ਕਾਰਜ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਐਸੇ ਸਤਿਗੁਰੂ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਮੈਂ ਇਹ ਅਰਜ਼ ਕਰਾਂ, ਸਾਰੇ ਗੁਣ ਝਲਕਦੇ ਨੇ। ਧਰਮ ਦਾ ਗੁਣ ਵੀ ਝਲਕੇਗਾ, ਸੰਸਾਰ ਦੀ ਭਲਾਈ ਦਾ ਗੁਣ ਵੀ ਝਲਕੇਗਾ, ਉਹਨਾਂ ਦੇ ਜੀਵਨ ਦੇ ਵਿੱਚ ਇੱਕ ਚਿੱਤਰਕਾਰ ਦਾ ਗੁਣ ਵੀ ਝਲਕੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਇੰਜੀਨੀਅਰ ਦਾ ਗੁਣ ਵੀ ਝਲਕੇਗਾ। ਕਿਵੇਂ? ਥੋੜਾ ਜਿਹਾ ਮੈਂ ਅਰਜ਼ ਕਰਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਲਾਹੌਰ ਭੇਜਿਆ। ਲਾਹੌਰ ਬਾਬਾ ਸਿਹਾਰੀ ਮਲ ਜੀ ਦੇ ਬੇਟੇ ਦੀ ਸ਼ਾਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਤਾਇਆ ਜੀ ਲੱਗਦੇ ਸਨ, ਸਕੇ ਨਹੀਂ, ਰਿਸ਼ਤੇ ਦੇ ਵਿੱਚੋਂ ਤਾਇਆ ਜੀ ਲੱਗਦੇ ਸਨ। ਤੇ ਜਦੋਂ ਲਾਹੌਰ ਕੋਈ ਸਮਾਂ ਠਹਿਰੇ, ਅਜੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਉਣ ਵਾਸਤੇ ਆਗਿਆ ਨਹੀਂ ਹੋਈ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਤਸਵੀਰ ਚਿੱਤਰੀ ਹੈ, ਤੇ ਜਿਹੜੀ ਉਹ ਤਸਵੀਰ ਇੱਕ ਪਪੀਹੇ ਦੀ ਹੈ, ਇੱਕ ਬਬੀਹੇ ਦੀ ਹੈ, ਇੱਕ ਪੰਛੀ ਦੀ ਹੈ। ਤੇ ਪਪੀਹੇ ਦੀ ਤਸਵੀਰ ਦਾ ਅਰਥ ਹੈ ਬੜੀ ਪਿਆਸ ਲੱਗੀ ਹੋਈ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਪਿਆਸੀ ਜਿਨ ਸਰਾਪ ਚਿਤਮ ਅੰਤ ਨੀਤ। ਇਹ ਪਿਆਸ ਹੈ। ਜਦੋਂ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚੀ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇੱਕ ਤਸਵੀਰ ਬਣਾਈ ਹੈ। ਉਹ ਤਸਵੀਰ ਮੇਘੇ ਦੀ ਹੈ, ਬੱਦਲ ਦੀ ਹੈ। ਇਸ ਦਾ ਅਰਥ ਹੈ ਚਾਤਰਿਕ ਦੀ ਜਿਹੜੀ ਪਿਆਸ ਹੈ, ਬਬੀਹੇ ਦੀ ਜਿਹੜੀ ਪਿਆਸ ਹੈ, ਉਹ ਬੱਦਲ ਦੇ ਨਾਲ ਬੁਝ ਸਕਦੀ ਹੈ, ਸਮਾਪਤ ਹੋ ਸਕਦੀ ਹੈ। ਵਰਖਾ ਹੋਵੇਗੀ, ਮੀਂਹ ਪਵੇਗਾ, ਉਸ ਬਬੀਹੇ ਦੇ ਮੂੰਹ ਦੇ ਵਿੱਚ ਸਵਾਂਤੀ ਦੀ ਬੂੰਦ ਪਵੇਗੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਜਿਹੜੀ ਤਸਵੀਰ ਹੈ ਚਾਤਰਿਕ ਦੀ ਬਣਾਈ। ਇਹਦਾ ਅਰਥ ਹੈ ਚੰਗੀ ਤਸਵੀਰਕਾਰ ਨੇ। ਫਿਰ ਦਰਬਾਰ ਸਾਹਿਬ ਦੀ ਜਿਹੜੀ ਰਚਨਾ ਹੈ, ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਉਹ ਸਾਰਾ ਨਕਸ਼ਾ ਆਇਆ ਹੈ। ਤੇ ਅੱਜ ਦੇ ਜੇ ਕਿਸੇ ਇੰਜੀਨੀਅਰ ਨੂੰ ਪੁੱਛਿਆ ਜਾਏ ਇਹ ਨਕਸ਼ਾ ਕਿੰਨਾ ਸੁੰਦਰ ਤਿਆਰ ਹੋਇਆ, ਉਹ ਵਿਚਾਰਾ ਕਹੇਗਾ ਮੈਂ ਇਸ ਦੀ ਸਿਫਤ ਕੀ ਕਰ ਸਕਦਾ। ਜਿਸ ਦਰਬਾਰ ਸਾਹਿਬ ਦੀ ਸਿਫਤ ਪੂਰੀ ਦੁਨੀਆ ਕਰਦੀ ਹੋਵੇ, ਪੂਰੀ ਦੁਨੀਆ ਉੱਥੇ ਆ ਕੇ ਦਰਸ਼ਨ ਕਰਦੀ ਹੋਵੇ, ਨਮਸਕਾਰ ਕਰਦੀ ਹੋਵੇ, ਮੇਰੇ ਵਰਗਾ ਛੋਟਾ ਜਿਹਾ ਇੰਜੀਨੀਅਰ ਦਰਬਾਰ ਸਾਹਿਬ ਦੇ ਨਕਸ਼ੇ ਦੀ ਕੀ ਵਡਿਆਈ ਕਰ ਸਕਦਾ ਹੈ। ਇਹ ਤਰਨਤਾਰਨ ਸਾਹਿਬ ਦੀ ਧਰਤੀ ਹੈ, ਜਿੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਬੜਾ ਵੱਡਾ ਦਵਾਖਾਨਾ ਖੋਲ੍ਹਿਆ।
ਸਰੀਰ ਦੇ ਨਾਲ ਨਾਲ ਜਿੱਥੇ ਧਰਮ ਦੀ ਲੋੜ ਹੈ, ਉਸ ਦੇ ਨਾਲ ਨਾਲ ਇਲਾਜ ਦੀ ਬੜੀ ਵੱਡੀ ਜ਼ਰੂਰਤ ਹੈ। ਪੁਰਾਣੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਮਨੁੱਖ ਸਰੀਰ ਤੋਂ ਦੁਖੀ ਹੈ, ਰੋਗਾਂ ਕਰਕੇ ਦੁਖੀ ਹੈ, ਹੋਰ ਉਹਨਾਂ ਦੁਖੀ ਨਹੀਂ, ਧਨ ਕਰਕੇ ਵੀ ਉਹਨਾਂ ਦੁਖੀ ਨਹੀਂ ਹੈ ਜਿੰਨਾ ਸਰੀਰ ਦੇ ਰੋਗਾਂ ਦੇ ਕਰਕੇ ਇਹ ਮਨੁੱਖ ਦੁਖੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡਾ ਦੇਸੀ ਦਵਾਈਆਂ ਦਾ ਦਵਾਖਾਨਾ ਖੋਲਿਆ, ਤੇ ਉਹ ਦਵਾਖਾਨਾ ਕੋਈ ਛੋਟਾ ਜਿਹਾ ਨਹੀਂ, ਟਾਈਮ ਪਾਸ ਵਾਲਾ ਨਹੀਂ ਕਿ ਉੱਥੇ ਲੋਕ ਆਉਣ ਤੇ ਥੋੜੇ ਜਿਹੇ ਲੋਕ ਆ ਕੇ ਬਾਹਰ ਜਾ ਕੇ ਵਧਾ ਚੜਾ ਕੇ ਗੱਲਾਂ ਕਰਦੇ ਹੋਣ ਕਿ ਬੜਾ ਵੱਡਾ ਦਵਾਖਾਨਾ ਹੈ, ਉੱਥੇ ਸਾਡਾ ਇਲਾਜ ਹੋ ਗਿਆ। ਸੱਚਮੁੱਚ ਬਹੁਤ ਵੱਡਾ ਦਵਾਖਾਨਾ ਜਿੱਥੇ ਅਨਮਤ ਦੇ ਲੋਕ ਵੀ ਆਉਂਦੇ ਨੇ। ਫਿਰ ਲਾਹੌਰ ਦੇ ਵਿੱਚ ਪਤਾ ਲੱਗਾ ਕਾਲ ਪੈ ਗਿਆ। ਪੁਰਾਣੇ ਸਮੇਂ ਦੇ ਅੰਦਰ ਪਾਣੀ ਦੀ ਕਿੱਲਤ ਹੋਇਆ ਕਰਦੇ ਸੀ ਤੇ ਆਮ ਤੌਰ ਤੇ ਬੜੇ ਬੜੇ ਇਲਾਕਿਆਂ ਦੇ ਵਿੱਚ ਕਾਲ ਪੈ ਜਾਂਦਾ ਸੀ, ਅਨਾਜ ਖਤਮ ਹੋ ਜਾਂਦਾ ਸੀ ਤੇ ਲੋਕ ਜਿਹੜੇ ਸਨ ਬਹੁਤ ਵਿਆਕੁਲ ਹੋਇਆ ਕਰਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪਤਾ ਲੱਗਾ ਹੈ ਲਾਹੌਰ ਦੇ ਵਿੱਚ ਕਾਲ ਪੈ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਤੋਂ ਪਹਿਲਾਂ ਦਸਵੰਧ ਦੀ ਜਿਹੜੀ ਮਰਿਆਦਾ ਉਹ ਆਰੰਭ ਕਰ ਦਿੱਤੀ ਸੀ। ਭਾਵ ਕਿ ਜਿਹੜਾ ਸਿੱਖ ਹੈ ਉਹ ਆਪਣੀ ਆਮਦਨ ਦਾ, ਕਿਰਤ ਦਾ 10ਵਾਂ ਹਿੱਸਾ ਲਾਜ਼ਮੀ ਕੱਢੇ। ਤੇ ਸਿੱਖਾਂ ਦੇ ਕੋਲ ਉਸ ਸਮੇਂ ਕੁਝ ਕੁ ਧਨ ਸੀ, ਦਸਵੰਧ ਸੀ। ਮਹਾਰਾਜ ਲਾਹੌਰ ਗਏ ਨੇ, ਕਾਲ ਪੀੜਤਾਂ ਨੂੰ ਵੇਖਿਆ, ਕਿਧਰੇ ਲਾਸ਼ਾਂ ਸੜ ਰਹੀਆਂ ਨੇ, ਕਿਸੇ ਪਾਸਿਓਂ ਆਵਾਜ਼ ਆ ਰਹੀ ਹੈ, ਕੋਈ ਰੋਗ ਤੋਂ ਵਿਆਕੁਲ ਹੈ, ਦੁਖੀ ਹੈ। ਕੋਈ ਕਹਿ ਰਿਹਾ ਮੇਰੇ ਕੋਲ ਪੈਸਾ ਨਹੀਂ, ਧਨ ਨਹੀਂ, ਕੋਈ ਕਹਿ ਰਿਹਾ ਹੈ ਮੇਰੇ ਕੋਲ ਕੋਈ ਦਵਾਈ ਦਾ ਪ੍ਰਬੰਧ ਨਹੀਂ, ਕੋਈ ਕਹਿ ਰਿਹਾ ਮੇਰੇ ਤਨ ਦੇ ਉੱਪਰ ਕੱਪੜੇ ਪਾਉਣ ਦੇ ਵਾਸਤੇ ਵਸਤਰ ਨਹੀਂ ਹੈ, ਮੈਂ ਬਹੁਤ ਗਰੀਬ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਰਾ ਉਹ ਦਸਵੰਧ ਦਾ ਜਿਹੜਾ ਧਨ ਹੈ, ਪੈਸਾ ਹੈ, ਲਾਹੌਰ ਦੇ ਵਿੱਚ ਕਾਲ ਪੀੜਤਾਂ ਦੀ ਸਹਾਇਤਾ ਦੇ ਵਾਸਤੇ ਵਰਤਿਆ ਹੈ। ਤੇ ਕੇਵਲ ਇਹ ਨਹੀਂ ਕਿ ਸਿੱਖਾਂ ਨੂੰ ਭੇਜ ਦਿੱਤਾ ਤੇ ਆਪ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆ ਕੇ ਆਰਾਮ ਦੇ ਨਾਲ ਬੈਠ ਕੇ ਖੁਦ ਲਾਹੌਰ 7-8 ਮਹੀਨੇ ਮਹਾਰਾਜ ਉੱਥੇ ਰਹੇ। ਤੇ ਉੱਥੇ ਰਹਿਣ ਦੇ ਕਰਕੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤਕ ਵੀ ਹੋ ਗਈ ਸੀ, ਪਰ ਫਿਰ ਵੀ ਪਰਵਾਹ ਨਹੀਂ ਕੀਤੀ। ਮਾਲਕ ਦਾ ਸ਼ੁਕਰਾਨਾ ਕੀਤਾ ਕਿ ਜਿਹੜਾ ਇਹ ਕਾਰਜ ਤੁਸੀਂ ਆਪ ਮੇਰੇ ਕੋਲੋਂ ਕਰਵਾਇਆ ਹੈ, ਇਹ ਜਿਹੜੀ ਸੇਵਾ ਤੁਸੀਂ ਆਪ ਖੁਦ ਕਰਵਾਈ ਹੈ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੋ ਕਿ ਸੰਸਾਰ ਦੇ ਨੇ, ਪੂਰੀ ਸ੍ਰਿਸ਼ਟੀ ਦੇ, ਪੂਰੀ ਕਾਇਨਾਤ ਦੇ ਜੋ ਅਜ਼ੀਮ ਗ੍ਰੰਥ ਨੇ, ਅਦੁੱਤੀ ਗ੍ਰੰਥ ਨੇ, ਐਸੇ ਇੱਕ ਗ੍ਰੰਥ ਦਾ ਸੰਪਾਦਨ ਕੀਤਾ ਜੋ ਕਿ ਕਿਸੇ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਮਹਾਨ ਸੰਗੀਤਕਾਰ ਹੋਵੇ, ਮਹਾਨ ਕੋਈ ਕਵੀ ਹੋਵੇ, ਸ਼ਾਇਰ ਹੋਵੇ, ਜੋ ਕਿ ਇਸ ਕਾਵਿ ਨੂੰ ਜਾਣਦਾ ਹੋਵੇ, ਕੋਈ ਤਰਤੀਬ ਦੇ ਨਾਲ, ਟਰਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਰਚਨਾ ਹੈ ਉਹ ਕਰ ਸਕਦਾ ਹੈ। ਫਿਰ ਜਿਹੜੇ 15 ਭਗਤ ਨੇ ਉਹਨਾਂ ਦੀ ਬਾਣੀ ਨੂੰ ਤਰਤੀਬ ਦੇਣੀ, ਦੂਜੀਆਂ ਭਾਸ਼ਾ ਦੇ ਵਿੱਚੋਂ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਲਿਖਣਾ ਬੜਾ ਵੱਡਾ ਕਾਰਜ ਹੈ। ਭੱਟ ਸਾਹਿਬਾਨ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਦੇ ਵਿੱਚ ਦਰਜ ਕਰਨਾ, ਬਾਕੀ ਗੁਰੂ ਸਾਹਿਬਾਨ ਦੀ ਰਚਨਾ ਨੂੰ ਦਰਜ ਕਰਨਾ ਬੜਾ ਵੱਡਾ ਕਾਰਜ ਸੀ ਜੋ ਕਿ ਇੱਕ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ। ਤੇ ਜਦੋਂ ਕਾਰਜ ਹੋਇਆ ਫਿਰ ਅਖੀਰ ਦੇ ਵਿੱਚ ਇਹ ਕਹਿ ਦਿੱਤਾ, ਕਹਿਣ ਲੱਗੇ ਇਹ ਮੇਰੇ ਵੱਸ ਦੀ ਗੱਲ ਨਹੀਂ ਸੀ, ਖੁਦ ਵਾਹਿਗੁਰੂ ਨੇ ਕਿਰਪਾ ਕਰਕੇ ਕਰਵਾ ਲਿਆ, ਮੈਂ ਨਹੀਂ ਕੀਤਾ। ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਵੇ ਕੋ ਗੁਣ ਨਾਈ, ਆਪੇ ਤਰਸ ਪਾਏ ਹੋਈ, ਤਰਸ ਪਾਇਆ ਮੇ ਰਾਮ ਧੂਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲਿਆ ਤਾਂ ਜੀਵਾਂ ਤਨ ਮਨ ਜੀਵਿਆ ਰਿਹਾ। ਕਹਿਣ ਲੱਗੇ ਤੇਰਾ ਕਰਵਾਇਆ ਹੋਇਆ ਕਾਰਜ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਲੈ ਕੇ ਜ਼ਰੂਰ ਜਾਈਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਭਾਈ ਮੰਝ ਸਾਹਿਬ ਜੀ ਆਏ ਨੇ। ਭਾਈ ਮੰਝ ਜੀ ਤਰਨਤਾਰਨ ਦੇ ਲਾਗੇ ਦੇ ਰਹਿਣ ਵਾਲੇ, ਖਿਮਾ ਕਰਨਾ, ਤਰਨਤਾਰਨ ਦੇ ਵਿੱਚ ਜਿਹੜਾ ਸਖੀ ਸਰਵਰੀਆਂ ਦਾ ਵੱਡਾ ਡੇਰਾ ਹੈ, ਭਾਈ ਮੰਝ ਜੀ ਸਖੀ ਸਰਵਰੀਆਂ ਨੂੰ ਮੰਨਦੇ ਤੇ ਸਖੀ ਸਰਵਰੀਆਂ ਨੂੰ ਮੰਨਣ ਤੋਂ ਬਾਅਦ ਇੰਨੇ ਕੱਟੜ ਹੋ ਗਏ, ਘਰ ਦੇ ਵਿੱਚ ਉਹਨਾਂ ਨੇ ਪੀਰਖਾਨਾ ਵੀ ਬਣਾਇਆ ਹੋਇਆ ਸੀ
आज जो हजूर की शरण दे विच आए ते गुरु अर्जन साहब महाराज ने पहला वचन ही यह किया, कहना कि सिक्की ते सिक्की नहीं टिकती, तू पहला किसी होर दा सिख है ते गुरु नानक साहब का भी सिख बनना चाहना, ये नहीं हो सकता। जे गुरु नानक साहब की सिक्खी लैनी है तो पहला तेनू दूसरियां की सिक्खी छड्डनी पैनी है, पीर खाने नूं पूजना छड्डना पैना है, सखी सरवरियां नूं पूजना छड्डना पैना है। भाई मंझ जी ने हथ जोड़ के गल नूं स्वीकार किया, उपदेश नूं मन्निया है ते भाई मंझ जी ने इन्नी महाराज जी की प्रसन्नता हासिल की। गुरु अर्जन साहब महाराज जी की जुबान तो ये शब्द निकले, कहने लगे मंझ प्यारा गुरु को गुर मंझ प्यारा, मंझ गुरु का वो ही था जग मंगणारा। धन गुरु अर्जन साहब सच्चे पातशाह महाराज ऐसे दीन दयाल सतगुरु जिन्हां दा अज आपां प्रकाश पुरब मना रहे हैं, ते बड़े थोड़े जे लफ्जां दे विच, थोड़े जे शब्दां दे विच आपां हजूर दे जीवन दे विचों कुछ कुछ सिक्ख्यावां लैण दा, सिफतो सलाह करन दा, वडियाई करन दा यतन कीता है। आप जी दा बहुत बहुत हार्दिक धन्नवाद, जिन्हां ने बड़ी एकाग्रता दे नाल, अदब दे नाल धन गुरु ग्रंथ साहिब महाराज जी की पावन हजूरी दे अंदर धन गुरु अर्जन साहब महाराज जी के जीवन के मुतलक विचार श्रवण की है। जिन्हें भी आप जी गुरु चरणों के विच उपस्थित हो, सारियां नूं धन गुरु अर्जन साहिब सच्चे पातशाह महाराज जी के प्रकाश पुरब दीआं बहुत बहुत बधाइयां, बहुत बहुत मुबारकां जी। कोईयां भुलां दी खिमा। वाहिगुरू जी का खालसा, वाहिगुरू जी की फतेह।